पहली गल जिहड़ी पंक्ति है भाई गुरदास साहब कहते मूला कीड़ वखाणी है चलित अचरज लुभित गुरदासी। कीड़ जाति का नाम है, ਉਹਦੀ ਬਰਾਦਰੀ ਦਾ ਨਾਮ ਹੈ ਤੇ ਨਾਮ ਹੈ ਭਾਈ ਮੂਲਾ। ਹੁਣ ਕੀ ਹੈ ਕਹਿੰਦੇ ਵੀ ਉਹਦੇ ਜਿਹੜੇ ਕੰਮ ਨੇ ਨਾ ਗੁਰਸਿੱਖੀ ਦੇ ਵਿੱਚ ਆ ਕੇ ਬੜੇ ਹੈਰਾਨ ਕਰਨ ਵਾਲੇ ਨੇ, ਬੜੇ ਅਚਰਜ ਰੱਖਣ ਵਾਲੇ ਕੰਮ ਨੇ। ਲੁਭਿਤ ਗੁਰਦਾਸੀ ਤੇ ਗੁਰੂ ਦਾ ਇਦਾਂ ਦਾ ਸੇਵਕ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਵੀ ਮਹਾਰਾਜ ਜੀ ਦੇ ਹਰ ਵੇਲੇ ਨਾਲ ਨਿਭਣ ਵਾਲਾ ਬੰਦਾ ਹੈ। ਇਹਨਾਂ ਦੀਆਂ ਦੋ ਤਿੰਨ ਤਰੀਕੇ ਦੀਆਂ ਸਾਖੀਆਂ ਸਾਡੇ ਸਾਹਮਣੇ ਆਉਂਦੀਆਂ ਨੇ ਤੇ ਕਈਆਂ ਨੇ ਉਹਨਾਂ ਨੂੰ ਵੱਖ-ਵੱਖ ਵੀ ਬੋਲਿਆ ਹੈ। ਵੈਸੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੇ ਵੇਲੇ ਵੀ ਇਸ ਨਾਮ ਦਾ ਸਿੱਖ ਹੋਇਆ ਹੈ ਤੇ ਫਿਰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵੇਲੇ ਵੀ ਸਿੱਖ ਹੋਇਆ ਹੈ। ਪਰ ਇਹ ਗੁਰੂ ਨਾਨਕ ਸਾਹਿਬ ਦੇ ਸਿੱਖ ਦੀ ਗੱਲ ਕਰਦੇ ਪਏ ਹਾਂ। ਜਿਸ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸਿਆਲਕੋਟ ਦੇ ਵਿੱਚ ਤੇ ਉੱਥੇ ਹਮਜ਼ਾ ਗੌਸ, ਤੁਸੀਂ ਨਾਮ ਸ਼ਾਇਦ ਸੁਣਿਆ ਹੋਵੇਗਾ, ਉਹਨੇ ਚਲੀਹਾ ਰੱਖਿਆ ਹੋਇਆ ਸੀ, ਚਲੀਹਾ ਕੱਟਦਾ ਪਿਆ ਸੀ। ਕੱਟਦਾ ਇਸ ਕਰਕੇ ਪਿਆ ਸੀ, ਉਹਦੇ ਬਾਰੇ ਖਿਆਲ ਸੀ ਵੀ ਉਹ ਕਹਿੰਦਾ ਵੀ ਜਿੱਦਣ ਇਹਦਾ 40 ਦਿਨਾਂ ਦਾ ਇਹ ਤਪ ਪੂਰਾ ਹੋ ਗਿਆ ਨਾ, ਉਹ ਕਹਿੰਦਾ ਸੀ ਵੀ ਮੈਂ ਸਾਰਾ ਸਿਆਲਕੋਟ ਹੀ ਤਬਾਹ ਕਰ ਦੇਣਾ। ਇਹ ਗੁਰੂ ਨਾਨਕ ਸਾਹਿਬ ਦੇ ਜੀਵਨ ਨੂੰ ਜਦੋਂ ਅਸੀਂ ਵਿਚਾਰਾਂਗੇ ਤੇ ਫਿਰ ਇਹ ਗੱਲਾਂ ਵਿੱਚ ਆਉਣਗੀਆਂ। ਇੱਥੇ ਸਾਡਾ ਹਮਜ਼ਾ ਗੌਸ ਨਾਲ ਉਹਨਾਂ ਸੰਬੰਧ ਨਹੀਂ ਜਿੰਨਾ ਭਾਈ ਮੂਲੇ ਦੇ ਨਾਲ। ਤੇ ਉਹ ਕਹਿੰਦਾ ਕਿ ਮੈਂ ਸਾਰਾ ਸ਼ਹਿਰ ਤਬਾਹ ਕਰ ਦੇਣਾ। ਮਹਾਰਾਜ ਜੀ ਕੁਦਰਤੀ ਉੱਥੇ ਪਹੁੰਚੇ ਹੋਏ ਸੀ ਤੇ ਜਦੋਂ ਉਹਦਾ ਪ੍ਰਿੰਸੀਪਲ ਸਤਬੀਰ ਸਿੰਘ ਉਹਨਾਂ ਨੇ ਵੀ ਹਵਾਲਾ ਦਿੱਤਾ ਵੀ ਜਿਸ ਗੁੰਬਦ ਦੇ ਹੇਠਾਂ ਬੈਠ ਕੇ ਉਹ ਤਪ ਕਰਦਾ ਪਿਆ ਸੀ ਉਹ ਫਟ ਗਿਆ। ਜਦੋਂ ਤਪ ਉਹ ਫਟ ਗਿਆ ਤੇ ਉਹ ਰਾਹ ਦੇ ਵਿੱਚ ਰਹਿ ਗਿਆ ਸਾਰਾ ਕੁਝ ਉਹਦਾ। ਤੇ ਮਹਾਰਾਜ ਜੀ ਜਿਸ ਸਥਾਨ ਦੇ ਵਿੱਚ ਉੱਥੇ ਬੈਠ ਕੇ ਉਪਦੇਸ਼ ਕੀਤਾ ਸੀ ਉਹਦੀ ਯਾਦ ਦੇ ਵਿੱਚ ਬੇਰੀ ਲੱਗੀ ਹੋਈ ਹੈ। ਬਾਬੇ ਕੀ ਬੇਰ ਸਿਆਲਕੋਟ ਗੁਰਦੁਆਰਾ ਸਾਹਿਬ ਹੈ, ਬੜਾ ਪ੍ਰਚਲਿਤ ਗੁਰਦੁਆਰਾ ਹੈ ਇਤਿਹਾਸਕ ਤੌਰ ਦੇ ਉੱਤੇ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ। ਹੁਣ ਉੱਥੇ ਜਦੋਂ ਉਹ ਗੱਲ ਬਾਹਰ ਨਿਕਲਦਾ ਹੈ ਹਮਜ਼ਾ ਗੌਸ ਉੱਥੋਂ, ਤੇ ਮਹਾਰਾਜ ਜੀ ਪੁੱਛਦੇ ਨੇ ਵੀ ਹੈ ਤੇ ਤੁਸੀਂ ਫਕੀਰ ਹੋ ਤੇ ਦੁਨੀਆ ਤੇ ਕਾਹਦੇ ਲਈ ਤੁਸੀਂ ਇੰਨਾ ਕਰੋਪ ਲਈ ਫਿਰਦੇ ਜੇ, ਵੀ ਦੁਨੀਆ ਦੇ ਉੱਤੇ ਕਾਹਦੇ ਲਈ ਤੁਸੀਂ ਇੰਨੇ ਔਖੇ ਹੋਈ ਫਿਰਦੇ ਜੇ, ਵੀ ਕਹਿੰਦੇ ਵੀ ਸਾਰਾ ਸ਼ਹਿਰ ਹੀ ਖਤਮ ਕਰ ਦੇਣਾ। ਉਹ ਅਸਲ ਦੇ ਵਿੱਚ ਖਪਿਆ ਪਿਆ ਸੀ। ਉਹਦੇ ਨਾਲ ਕਿਸੇ ਨੇ ਵਾਅਦਾ ਕੀਤਾ ਸੀ ਵੀ ਤੈਨੂੰ ਅਸੀਂ ਆਪਣਾ ਬੱਚਾ ਦੇ ਦੇਵਾਂਗੇ, ਉਹ ਮੁੱਕਰ ਗਏ। ਉਹ ਇਸ ਗੱਲ ਤੋਂ ਗੁੱਸੇ ਦੇ ਵਿੱਚ ਉਹਨੇ ਕੀ ਕੀਤਾ, ਉਹਨੇ ਕਹਿੰਦਾ ਵੀ ਮੈਂ ਸਾਰਾ ਸ਼ਹਿਰ ਹੀ ਖਤਮ ਕਰ ਦੇਣਾ। ਲੋਕ ਡਰ ਗਏ ਵੀ ਸਾਧੂ ਬੰਦਗੀ ਵਾਲਾ ਹੈ, ਕਿਤੇ ਸੱਚੀ ਨਾ ਕਰ ਦੇਵੇ। ਮਹਾਰਾਜ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਕੋਲ ਆ ਗਏ। ਮਹਾਰਾਜ ਨੇ ਪੁੱਛਿਆ ਵੀ ਕੀ ਗੱਲ ਹੋ ਗਈ, ਕਸੂਰ ਇੱਕ ਦਾ ਤੇ ਸਾਰਾ ਸ਼ਹਿਰ ਕਿਉਂ ਭਰੇ? ਤੇ ਮਹਾਰਾਜ ਨੂੰ ਕਹਿੰਦਾ ਕਿ ਸੱਚੇ ਪਾਤਸ਼ਾਹ ਕਿਸੇ ਦਾ ਯਕੀਨ ਹੀ ਨਹੀਂ ਕੀਤਾ ਜਾ ਸਕਦਾ ਇੱਥੇ। ਤੇ ਮਹਾਰਾਜ ਕਹਿੰਦੇ ਵਾਕਿਆ ਨਹੀਂ ਕਿਸੇ ਦਾ ਯਕੀਨ ਕੀਤਾ ਜਾ ਸਕਦਾ। ਤੇ ਹਮਜ਼ਾ ਗੌਸ ਕਹਿੰਦਾ ਮਹਾਰਾਜ ਮੈਂ ਤੇ ਤੁਹਾਨੂੰ ਤਜਰਬਾ ਦੱਸਦਾ ਪਿਆ ਹਾਂ, ਕਿਸੇ ਤੇ ਯਕੀਨ ਨਹੀਂ ਜੇ ਆਉਂਦਾ। ਜੇ ਤੁਹਾਨੂੰ ਲੱਗਦਾ ਵੀ ਕਿਸੇ ਤੇ ਯਕੀਨ ਹੈ ਤੇ ਤੁਸੀਂ ਯਕੀਨ ਕਰਕੇ ਵਿਖਾ ਦਿਓ ਮੈਨੂੰ। ਤੇ ਫਿਰ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਭਾਈ ਮਰਦਾਨਾ ਜੀ ਨੂੰ ਆਵਾਜ਼ ਮਾਰੀ ਤੇ 2 ਪੈਸੇ ਦਿੱਤੇ ਮਹਾਰਾਜ ਜੀ ਨੇ। ਹੁਣ ਗੱਲ ਇਹ ਇਦਾਂ ਦੀ ਹੈ ਕਿ ਵੇਖੋ, ਕਿਉਂਕਿ ਭਾਈ ਮਰਦਾਨਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਕਈ ਵਾਰ ਕਿੰਨੇ ਸਮੇਂ ਤੋਂ ਰਹਿ ਰਹੇ ਸੀ ਤੇ ਗੁਰੂ ਨਾਨਕ ਸਾਹਿਬ ਤੇ ਨਿੱਤ ਹੀ ਨਵਾਂ ਕੌਤਕ ਵਰਤਾ ਦਿੰਦੇ ਹੁੰਦੇ ਸੀ। ਤੇ ਮਹਾਰਾਜ ਨੇ ਦਿੱਤਾ 2 ਪੈਸੇ ਦਿੱਤੇ ਭਾਈ ਮਰਦਾਨਾ ਜੀ ਨੂੰ ਤੇ ਕਹਿੰਦੇ ਵੀ ਤੁਸੀਂ ਜਾ ਕੇ ਤੇ 1 ਪੈਸੇ ਦਾ ਸੱਚ ਲੈ ਆਓ ਤੇ 1 ਪੈਸੇ ਦਾ ਝੂਠ ਲੈ ਆਓ। ਹੁਣ ਗੱਲ ਕੀ ਸੀ ਵੀ ਸ਼ਹਿਰ ਦੇ ਵਿੱਚ ਉਸ ਵੇਲੇ ਰੌਲਾ ਪਿਆ ਹੋਇਆ ਸੀ ਵੀ ਉੱਥੇ ਉਹਦਾ ਜਿਹੜਾ ਉਹ ਗੁੰਬਦ ਹੈ ਉਹ ਫਟ ਗਿਆ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਉੱਥੇ ਪਹੁੰਚੇ ਹੋਏ ਨੇ, ਜਿੰਨੇ ਵੀ ਲਗਭਗ ਦੁਕਾਨਦਾਰ ਸੀ ਉਹ ਸਾਰੇ ਉੱਥੇ ਜਾ ਰਹੇ ਸੀ। ਤੇ ਜੇਕਰ ਕਿਸੇ ਦੇ ਕੋਲ ਭਾਈ ਮਰਦਾਨਾ ਜਾ ਕੇ ਕਹਿੰਦੇ ਵੀ ਕਿਸੇ ਦੁਕਾਨਦਾਰ ਦੇ ਕੋਲ ਵੀ ਭਾਈ ਮੈਨੂੰ 1 ਪੈਸੇ ਦਾ ਸੱਚ ਦੇ ਦੇ, 1 ਪੈਸੇ ਦਾ ਝੂਠ ਦੇ ਦੇ, ਤੋ ਅੱਗੋਂ ਮਜ਼ਾਕ ਕਰਦੇ ਸੀ ਭਾਈ ਮਰਦਾਨੇ ਨੂੰ, ਹੱਸਦੇ ਸੀ ਵੀ ਇਹ ਕੀ ਖਰੀਦਣ ਆ ਗਿਆ ਦੁਕਾਨ ਦੇ ਉੱਤੇ, ਇਹਨੂੰ ਪਤਾ ਹੀ ਨਹੀਂ ਵੀ ਕਿਹੜੀਆਂ ਚੀਜ਼ਾਂ ਮਿਲਦੀਆਂ ਨੇ। ਉਹ ਇੱਦਾਂ ਕੁਝ ਕੁ ਦੁਕਾਨਾਂ ਘੁੰਮਦਾ ਘੁੰਮਦਾ ਕਹਿੰਦੇ ਭਾਈ ਮੂਲੇ ਦੀ ਦੁਕਾਨ ਦੇ ਉੱਤੇ ਚਲ ਗਿਆ। ਭਾਈ ਮਰਦਾਨਾ ਜੀ ਉੱਥੇ ਚਲ ਗਏ। ਉਹਨੇ ਕੀ ਕੀਤਾ, ਉਹਨੇ ਸਿੱਕੇ ਰੱਖ ਲਏ ਤੇ 1 ਪੇਪਰ ਲੈ ਕੇ, ਕਾਗਜ਼ ਲੈ ਕੇ ਤੇ 2 ਗੱਲਾਂ ਲਿਖ ਦਿੱਤੀਆਂ। 1 ਪੇਪਰ ਦੇ ਉੱਤੇ ਲਿਖ ਦਿੱਤਾ ਵੀ ਜਿਉਣਾ ਜਿਹੜਾ ਹੈ ਉਹ ਝੂਠ ਤੇ ਮਰਨਾ ਸੱਚ। ਉਹਨੇ ਕੀਮਤ ਰੱਖ ਲਈ ਵੀ ਆ ਜਿਹੜੀ ਮੈਂ ਤੈਨੂੰ ਗੱਲ ਦੱਸ ਰਿਹਾ ਹਾਂ ਨਾ, ਇਹਦੀ ਕੀਮਤ ਤੇਰੇ ਦਿੱਤੇ ਹੋਏ 2 ਪੈਸੇ ਨੇ ਤੇ ਉਹਦੇ ਬਦਲੇ ਦੇ ਵਿੱਚ ਮੈਂ ਤੈਨੂੰ ਕੀ ਦੇ ਰਿਹਾ, ਤੂੰ ਸੱਚ ਤੇ ਝੂਠ ਲੈਣ ਆਇਆ ਹੈ। ਝੂਠ ਜਿਉਣਾ ਹੈ ਤੇ ਮਰਨਾ ਸੱਚ ਹੈ। ਉਹ ਲੈ ਕੇ ਤੇ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਕੋਲ ਪਹੁੰਚ ਗਏ ਤੇ ਗੁਰੂ ਨਾਨਕ ਸਾਹਿਬ ਨੇ ਉਹ ਜਿਹੜਾ ਪੇਪਰ ਸੀ, ਉਹ ਕਾਗਜ਼ ਸੀ, ਉਹ ਰੱਖਤਾ ਹਮਜ਼ਾ ਗੌਸ ਦੇ ਅੱਗੇ। ਮਹਾਰਾਜ ਕਹਿੰਦੇ ਵੀ ਮੈਨੂੰ ਇਹ ਦੱਸੋ ਵੀ ਤੁਸੀਂ ਸਾਰੇ ਸ਼ਹਿਰ ਦੇ ਉੱਤੇ ਔਖੇ ਹੋਏ ਫਿਰਦੇ ਜੇ, ਜਿਸ ਸ਼ਹਿਰ ਦੇ ਵਿੱਚ ਇੰਨੀ ਸਮਝ ਵਾਲਾ ਬੰਦਾ ਹੋਵੇ, ਤੇ ਜੇ ਤੁਸੀਂ ਸ਼ਹਿਰ ਦੇ ਉੱਤੇ ਇੰਨਾ ਆਪਣਾ ਕਸ਼ਟ ਵਿਖਾਓਗੇ, ਸ਼ਹਿਰ ਦੇ ਉੱਤੇ ਇੰਨਾ ਰੋਸ ਕਰੋਗੇ, ਤੇ ਫਿਰ ਤੇ ਇਹੋ ਜਿਹੇ ਬੰਦਿਆਂ ਨੂੰ ਵੀ ਸਜ਼ਾ ਮਿਲ ਜਾਵੇਗੀ।
ਇਹ ਭਾਈ ਮੂਲਾ ਸੀ ਜਿਹਨੇ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਔਰ ਸਮਝਾਇਆ ਮਹਾਰਾਜ ਨੇ ਫਿਰ ਹਮਜ਼ਾ ਗੌਂਸ ਨੂੰ ਇਹਦੀ ਕਿਰਪਾ ਦੇ ਨਾਲ ਵੀ ਆਹ ਵੇਖ, ਤੂੰ ਕਹਿੰਦਾ ਸਾਰਾ ਸ਼ਹਿਰ ਨਹੀਂ ਚੰਗਾ ਹੁੰਦਾ, ਭਾਈ ਮੂਲਾ ਵੇਖ ਉਸੇ ਸ਼ਹਿਰ ਦੇ ਵਿੱਚ ਕਿੱਡੇ ਕਮਾਲ ਦਾ ਬੰਦਾ ਹੈ। ਇਹ ਸਾਖੀ ਦਾ ਭਾਵ ਕੀ ਸੀ? ਇੱਥੋਂ ਤੱਕ ਜੋ ਆਇਆ ਉਹ ਇਹ ਆਇਆ ਵੀ ਕਦੀ ਵੀ ਗੁਰੂ ਨਾਨਕ ਸਾਹਿਬ ਦੀ ਦ੍ਰਿਸ਼ਟੀ ਦੇ ਵਿੱਚ ਇਹ ਨਹੀਂ ਵੀ ਇੱਕ ਮਾੜਾ ਹੈ ਤੇ ਸਾਰੇ ਹੀ ਮਾੜੇ ਨੇ, ਤੇ ਨਾ ਇਹ ਕਹਿਣਾ ਵੀ ਇੱਕ ਚੰਗਾ ਹੈ ਤੇ ਬਾਕੀ ਵੀ ਸਾਰੇ ਚੰਗੇ ਹੋ ਗਏ। ਹੁਣ ਜਦੋਂ ਕਿਉਂਕਿ ਭਾਈ ਮੂਲਾ ਜਿਹੜਾ ਸੀ ਨਾ ਹੈ ਤੇ ਦੁਕਾਨਦਾਰ ਸੀ, ਸੁਭਾਅ ਤੋਂ ਵੀ ਚੰਗਾ ਸੀ, ਗੁਰਮੁਖ ਸੁਭਾਅ ਵਾਲਾ ਬੰਦਾ ਸੀ, ਪਰ ਇਦਾਂ ਕਹਿ ਲਓ ਵੀ ਜੋ ਲਿਖਿਆ ਹੈ ਭਾਈ ਵੀਰ ਸਿੰਘ ਕਹਿੰਦੇ ਵੀ ਅਜੇ ਬਿਲਕੁਲ ਅਗਲੇ ਸਿਖਰ ਤੱਕ ਨਹੀਂ ਸੀ ਪਹੁੰਚਿਆ। ਇਨਸਾਨੀਅਤ ਦੇ ਲੈਵਲ ਤੇ ਬੜੇ ਕਮਾਲ ਦਾ ਬੰਦਾ ਸੀ ਆਚਰਣ ਵਾਲੇ ਪਾਸੇ ਤੋਂ। ਉਹਨੇ ਵੇਖਿਆ ਵੀ ਕਾਫੀ ਜ਼ਿਆਦਾ ਬਾਕੀ ਉਧਰ ਜਾ ਰਹੇ ਨੇ, ਇਹਨੇ ਵੀ ਮਹਾਰਾਜ ਦੇ ਦਰਸ਼ਨ ਕਰਨ ਦੇ ਲਈ ਇਹ ਵੀ ਤੁਰ ਪਿਆ। ਮਹਾਰਾਜ ਦੇ ਦਰਸ਼ਨ ਕੀਤੇ, ਸੱਚੇ ਪਾਤਸ਼ਾਹ ਜੀ ਨਾਲ ਇਹਦੀਆਂ ਗੱਲਾਂ ਬਾਤਾਂ ਹੁੰਦੀਆਂ, ਤੇ ਹੋਇਆ ਕਿ ਇੱਕ ਇਹ ਫਿਰ ਗੁਰੂ ਨਾਨਕ ਸਾਹਿਬ ਦਾ ਇਦਾਂ ਦਾ ਸਿੱਖ ਬਣਿਆ ਕਿ ਮਹਾਰਾਜ ਜੀ ਦੇ ਨਾਲ ਕਾਬਲ ਤੱਕ ਜਾਣ ਦਾ ਜ਼ਿਕਰ ਆਉਂਦਾ ਹੈ। ਇਹਦਾ ਹੈ ਦੁਕਾਨਦਾਰ ਸੀ, ਤੇ ਉਹਦੇ ਵਿੱਚ ਕੀ ਹੈ ਕਿ ਇਹ ਸਤਿਗੁਰੂ ਜੀ ਜਿਹੜੀ ਬਾਣੀ ਉਚਾਰਦੇ ਸੀ, ਲਿਖਤਾਂ ਦੇ ਕੁਝ ਹਵਾਲੇ ਇਹ ਕਹਿੰਦੇ ਨੇ ਵੀ ਇਹ ਬਾਣੀ ਲਿਖਦਾ ਹੁੰਦਾ ਸੀ ਮਹਾਰਾਜ ਜੀ ਦੀ। ਇਹ ਭਾਈ ਮੂਲਾ ਹੈ। ਵੈਸੇ ਇੱਕ ਗੁਰਬਾਣੀ ਦਾ ਸ਼ਲੋਕ ਵੀ ਆਉਂਦਾ ਹੈ, ਨਾਲ ਕਿਰਾੜਾਂ ਦੋਸਤੀ ਕੂੜਾ ਕੂੜੀ ਪਾਏ, ਮਰਨ ਨਾ ਜਾਪੈ ਮੂਲਿਆ ਆਵੈ ਕਿਤੈ ਥਾਏ। ਉਹ ਵੀ ਮੰਨਿਆ ਜਾਂਦਾ ਵੀ ਭਾਈ ਮੂਲੇ ਦਾ ਨਾਮ ਲੈ ਕੇ, ਜਿੱਦਾਂ ਭਾਈ ਲਾਲੋ ਦਾ ਨਾਮ ਲੈ ਕੇ ਮਹਾਰਾਜ ਜੀ ਨੇ ਵਰਤਿਆ ਹੈ ਨਾ, ਉਹ ਇਹ ਨਾਮ ਵਰਤਿਆ ਗਿਆ ਹੈ। ਚਲੋ ਇਹ ਆਪਣੇ ਆਪਣੇ ਹਵਾਲੇ ਨੇ। ਤੇ ਇੱਕ ਹੋਰ ਜਿਹੜੀ ਇਹਨਾਂ ਦੇ ਜੀਵਨ ਦੇ ਨਾਲ ਘਟਨਾ ਸੰਬੰਧ ਰੱਖਦੀ ਹੈ, ਉਹ ਇਸ ਗੱਲ ਦੀ ਹੈ, ਕਹਿੰਦੇ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨਾਲ ਉਦਾਸੀਆਂ ਤੋਂ ਇਹ ਕੁਝ ਸਮੇਂ ਬਾਅਦ ਵਾਪਸ ਆਏ। ਸੁਭਾਵਿਕ ਜੀ ਗੱਲ ਸੀ ਵੀ ਨਾ ਕੋਈ ਮੈਸੇਜ, ਨਾ ਕੋਈ ਗੱਲ, ਨਾ ਬਾਤ। ਤੇ ਕਿਸੇ ਵੇਲੇ ਟੱਬਰ ਦੇ ਵਿੱਚੋਂ ਇੱਕੋ ਹੀ ਬੰਦਾ ਗੁਰਮੁਖ ਹੁੰਦਾ ਤੇ ਬਾਕੀ ਪਰਿਵਾਰ ਸਾਰਾ ਔਖਾ ਹੀ ਹੋਇਆ ਪਿਆ ਹੁੰਦਾ ਵੀ ਇਹ ਕਿਹੜੇ ਪਾਸੇ ਲੱਗ ਗਿਆ। ਉਹ ਬਾਕੀ ਸਾਰੇ ਪਰਿਵਾਰ ਵਾਲੇ ਔਖੇ ਹੋਏ ਹੁੰਦੇ ਨੇ। ਇਹ ਲਗਭਗ ਇਦਾਂ ਕਹਿ ਲਓ ਵੀ ਗੁਰੂ ਨਾਨਕ, ਹੁਣ ਕਾਬਲ ਵੱਲ ਦੀ ਉਦਾਸੀ ਹੈ ਤੇ ਕੁਝ ਸਾਲ ਤੇ ਲੱਗੇ ਹੀ ਹੋਣਗੇ ਨਾ। ਮਹਾਰਾਜ ਜੀ ਅਫਗਾਨਿਸਤਾਨ ਵਾਲੇ ਪਾਸੇ ਗਏ, ਉਧਰੋਂ ਜਦੋਂ ਵਾਪਸ ਆਇਆ ਤੇ ਇਹ ਆਪਣੇ ਘਰ ਦੇ ਵਿੱਚ ਵਾਪਸ ਆ ਗਿਆ। ਮਹਾਰਾਜ ਨੇ ਛੁੱਟੀ ਦੇ ਦਿੱਤੀ ਵੀ ਚਲੋ ਕੋਈ ਨਹੀਂ, ਤੁਸੀਂ ਆਪਣੇ ਘਰ ਰਹੋ, ਕਾਰੋਬਾਰ ਕਰੋ। ਤੇ ਇਦਾਂ ਹੀ ਕਿਤੇ ਮੌਜ ਦੇ ਵਿੱਚ ਆਏ ਮਹਾਰਾਜ ਗੁਰੂ ਨਾਨਕ ਸਾਹਿਬ ਮਹਾਰਾਜ। ਫਿਰ ਕਿਤੇ ਕਹਿੰਦੇ ਵੀ ਚਲੋ ਸਾਡਾ ਸਿੱਖ ਹੈ ਭਾਈ ਮੂਲਾ, ਉਹਨੂੰ ਮਿਲਣ ਜਾਂਦੇ ਆ। ਤੇ ਮਹਾਰਾਜ ਮਿਲਣ ਦੇ ਲਈ ਗਏ, ਤੇ ਉਹ ਜਦੋਂ ਦਰਵਾਜ਼ੇ ਦੇ ਉੱਤੇ ਪਹੁੰਚੇ ਤੇ ਕਹਿੰਦੇ ਵੀ ਜਿਹੜੀ ਇਹਦੀ ਬੀਬੀ ਸੀ ਭਾਈ ਮੂਲੇ ਦੀ, ਉਹਨੂੰ ਲੱਗਾ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਆਏ ਨੇ, ਕਿਤੇ ਫੇਰ ਨੇ ਇਹਨੂੰ ਲੈ ਜਾਣ। ਉਹਨੇ ਲਕਾਤਾ, ਛਿਪਾਤਾ ਭਾਈ ਮੂਲੇ ਨੂੰ। ਇਹ ਸਾਰੀਆਂ ਲਿਖਤਾਂ ਨੇ, ਮੈਂ ਆਪ ਜੀ ਦੇ ਅੱਗੇ ਰੱਖਦਾ ਪਿਆ। ਉਹਨੇ ਛਿਪਾਤਾ ਤੇ ਮਹਾਰਾਜ ਜੀ ਨੇ ਜਦੋਂ ਦਰਵਾਜ਼ਾ ਕਿਤੇ ਖੜਕਾਇਆ ਤੇ ਸਾਧੂ ਦੇ ਬੋਲ ਸੁਣਿਓ ਤੁਸੀਂ। ਮਹਾਰਾਜ ਕਹਿੰਦੇ ਵੀ ਭਾਈ ਮੂਲਾ ਕਿੱਥੇ ਹੈ? ਤੇ ਉਹ ਅੱਗੋਂ ਬੀਬੀ ਕਹਿੰਦੀ ਵੀ ਮਹਾਰਾਜ ਉਹਦੇ ਘਰ ਨਹੀਂ ਹੈ। ਤੇ ਮਹਾਰਾਜ ਕਹਿੰਦੇ ਚੱਲ ਠੀਕ ਹੈ, ਜੇ ਨਹੀਂ ਘਰ ਹੋਣਗੇ ਤੇ ਫਿਰ ਨਹੀਂ ਹੋਣੇ। ਆਮ ਜੀ ਗੱਲ ਸੀ, ਚੱਲ ਠੀਕ ਹੈ, ਨਹੀਂ ਘਰ ਤੇ ਫਿਰ ਨਹੀਂ ਹੋਣੇ। ਬਸ ਇੰਨੀ ਕੀ ਖੇਡ ਸੀ। ਜੋ ਲਿਖਤਾਂ ਦਾ ਹਵਾਲਾ ਹੈ ਮੈਂ ਆਪ ਜੀ ਦੇ ਅੱਗੇ ਰੱਖਦਾ ਪਿਆ ਹਾਂ। ਗੁਰੂ ਤੋਂ ਲੁਕ ਕੇ ਬੈਠਾ ਸੀ, ਘਰ ਦੇ ਵਿੱਚ ਲੁਕੇ ਹੋਏ ਨੂੰ ਸੱਪ ਲੜ ਗਿਆ ਤੇ ਚੜਾਈ ਕਰ ਗਿਆ। ਇਹ ਇਸ ਕਰਕੇ ਗੱਲ ਨਹੀਂ ਵੀ ਆਪੀ ਡਰਾਉਣ ਦੇ ਲਈ ਹੈ। ਗੱਲ ਇਹ ਹੈ ਵੀ ਪਤਾ ਨਹੀਂ, ਵੇਖੋ ਮਹਾਰਾਜ ਦਾ ਸਿੱਖ ਮਹਾਰਾਜ ਦੇ ਨਾਲ ਵੀ ਨਿਭਿਆ, ਪਤਾ ਨਹੀਂ ਕਿਹੜੇ ਵੇਲੇ ਜ਼ਿੰਦਗੀ ਦੀ ਖੇਡ ਕਿੱਧਰ ਨੂੰ ਵਾਪਰ ਗਈ ਤੇ ਆ ਵੀ ਕੁਝ ਵਾਪਰ ਗਿਆ। ਮਹਾਰਾਜ ਨੇ ਸਿਰਫ ਇੱਕ ਗੱਲ ਬੋਲੀ ਕਿ ਚਲੋ ਠੀਕ ਹੈ, ਜੇ ਨਹੀਂ ਘਰ ਦੇ ਵਿੱਚ ਤੇ ਨਹੀਂ ਵੀ ਹੋਣਾ। ਇਹ ਵੀ ਭਾਈ ਮੂਲੇ ਦੇ ਨਾਲ ਸੰਬੰਧਿਤ ਗੱਲ ਹੈ, ਪਰ ਜਿੰਨਾ ਚਿਰ ਉਹ ਜ਼ਿੰਦਗੀ ਜੀਵਿਆ ਹੈ, ਜੇ ਭਾਈ ਗੁਰਦਾਸ ਸਾਹਿਬ ਨੇ ਉਹਦਾ ਨਾਮ ਵਰਤਿਆ ਹੈ, ਇਹਦਾ ਮਤਲਬ ਹੈ ਵੀ ਸਿੱਖਾਂ ਦੇ ਵਿੱਚ ਉਹਦੇ ਜੀਵਨ ਦੇ ਬਾਰੇ ਗੱਲ ਹੁੰਦੀ ਹੋਵੇਗੀ ਵੀ ਭਾਈ ਮੂਲਾ ਵੀ ਬੜੇ ਕਮਾਲ ਦਾ ਸਿੱਖ ਹੈ। ਕਿਉਂਕਿ ਸਿੱਖੀ, ਮੈਂ ਵਾਰ-ਵਾਰ ਬੇਨਤੀ ਕਰਦਾ ਨਾ, ਲੈਕਚਰਾਂ ਤੋਂ ਜ਼ਿਆਦਾ ਸਿੱਖੀ ਸਿੱਖੀ ਜਾਂਦੀ ਹੈ ਸਿੱਖਾਂ ਦੇ ਵੱਲ ਵੇਖ ਕੇ। ਤੁਸੀਂ ਵੇਖ ਲਓ, ਅੱਜ ਤੋਂ ਜਿਹੜੀ ਮੈਂ ਗੱਲ ਸ਼ੁਰੂ 'ਚ ਕੀਤੀ ਹੈ ਕਿ 24-25 ਸਾਲ ਪਹਿਲਾਂ ਦੇ ਜਿਹੜੇ ਗੁਰਸਿੱਖ ਹੋ ਚੁੱਕੇ ਨੇ ਸਾਡੇ ਵਿੱਚ। ਅੱਜ ਕੱਲ੍ਹ ਤਾਂ ਸਾਡੇ ਕੋਲ ਫੋਨ ਵੀ ਨੇ, ਸੋਸ਼ਲ ਮੀਡੀਆ ਵੀ ਹੈ, ਵੀਡੀਓਜ਼ ਵੀ ਨੇ। ਤੁਸੀਂ ਸੋਚ ਕੇ ਵੇਖਿਓ ਵੀ ਜਿਹੜੇ ਅੱਜ ਤੋਂ 25 ਸਾਲ ਪਹਿਲਾਂ ਦੇ ਗੁਰਮੁਖ ਜਨ ਸੀ, ਉਂਗਲਾਂ ਤੇ ਗਿਣੇ ਜਾਣ ਵਾਲੇ ਹੋਣਗੇ ਜਿਨ੍ਹਾਂ ਦੇ ਵੱਲ ਵੇਖ ਕੇ ਸਾਨੂੰ ਇੰਝ ਲੱਗਦਾ ਵੀ ਹਾਂ ਆਹ ਬੰਦੇ ਕਮਾਈ ਵਾਲੇ ਨੇ। 25 ਸਾਲਾਂ ਨੂੰ ਪਿੱਛੇ ਵੇਖ ਲਈਏ ਤੁਸੀਂ, ਚਾਹੇ ਉਹਨੂੰ ਕਿਸੇ ਵੀ ਜਥੇਬੰਦੀ 'ਚ ਵੇਖ ਲਓ। ਮੈਂ ਕਹਿੰਦਾ ਵੀ ਅਖੰਡ ਕੀਰਤਨ ਜਥੇ 'ਚੋਂ ਵੇਖ ਲਓ, ਤੁਸੀਂ ਨਿਹੰਗ ਸਿੰਘਾਂ ਦੇ ਵਿੱਚੋਂ ਵੇਖ ਲਓ, ਕਿਸੇ ਵੀ ਜਥੇਬੰਦੀ 'ਚ ਵੇਖ ਲਓ, ਉਂਗਲਾਂ ਤੇ ਗਿਣੇ ਜਾਣ ਵਾਲੇ ਬੰਦੇ ਹੋਣਗੇ ਜਿਨ੍ਹਾਂ ਦੇ ਬਾਰੇ ਗੱਲ ਆਉਂਦੀ ਹੈ ਵੀ ਹਾਂ ਵਾਕਿਆ ਹੀ ਇਹ ਨਾਮ ਵਾਲੇ ਬੰਦੇ ਨੇ। ਤੇ ਜੇ ਭਾਈ ਗੁਰਦਾਸ ਸਾਹਿਬ ਨੇ ਨਾਮ ਵਰਤਿਆ ਹੈ ਤੇ ਵਾਕਿਆ ਭਾਈ ਮੂਲਾ ਆਮ ਜੀ ਹਾਲਤ ਵਾਲਾ ਬੰਦਾ ਨਹੀਂ ਹੋਵੇਗਾ। ਮੂਲਾ ਕੀੜ ਵਖਾਣੀ ਹੈ, ਚਲਤ ਅਚਰਜ ਲੁਭਿਤ ਗੁਰਦਾਸੀ। ਉਹਦੀਆਂ ਖੇਡਾਂ ਹੀ ਬੜੇ ਕਮਾਲ ਦੀਆਂ ਸੀ, ਜਿਹਨੂੰ ਸੱਚ ਤੇ ਝੂਠ ਦੀ ਸਮਝ ਆ ਗਈ ਸੀ ਜ਼ਿੰਦਗੀ ਦੇ ਵਿੱਚ। ਇਹੋ ਜਿਹੀ ਚੀਜ਼ ਸਮਝ ਨਹੀਂ ਆਉਂਦੀ। ਇਸ ਕਰਕੇ ਇਹ ਗੱਲ ਬੋਲੀ ਹੈ ਭਾਈ ਗੁਰਦਾਸ ਸਾਹਿਬ ਜੀ ਨੇ ਭਾਈ ਮੂਲਾ ਜੀ ਦੇ ਬਾਰੇ।